ਹੈਲੋ ਸਟੂਡੈਂਟਸ, ਸਤਿ ਸ਼੍ਰੀ ਅਕਾਲ। ਮੈਂ ਤੁਹਾਡੀ ਆਪਣੀ ਹਰਵਿੰਦਰ ਮੈਮ ਤੁਹਾਡਾ ਅੱਜ ਦੀ ਇਸ ਵੀਡੀਓ ਵਿੱਚ ਸਵਾਗਤ ਕਰਦੀ ਹਾਂ। ਸਟੂਡੈਂਟਸ, ਜਿਵੇਂ ਕਿ ਆਪਾਂ ਆਪਣੀ ਪਿਛਲੀ ਕਲਾਸ ਦੇ ਵਿੱਚ ਵਿਅੰਜਨ ਧੁਰੀਆਂ ਬਾਰੇ ਪੜ੍ਹਿਆ ਸੀ, ਉਚਾਰਨ ਸਥਾਨ ਬਾਰੇ ਪੜ੍ਹਿਆ ਸੀ, ਠੀਕ ਹੈ ਜੀ। ਅਤੇ ਸਟੂਡੈਂਟਸ, ਮੈਂ ਤੁਹਾਡੇ ਤੋਂ ਇੱਕ ਕੁਐਸਚਨ ਪੁੱਟ ਕੀਤਾ ਸੀ ਕਿ ਧੁਨੀਆਂ ਕਿੰਨੇ ਪ੍ਰਕਾਰ ਦੀਆਂ ਹਨ। ਤਾਂ ਸਟੂਡੈਂਟਸ, ਖੰਡੀ ਅਤੇ ਅਖੰਡੀ ਧੁਨੀਆਂ 2 ਪ੍ਰਕਾਰ ਦੀਆਂ ਹਨ। ਤਾਂ ਸਟੂਡੈਂਟਸ, ਅੱਜ ਦੀ ਆਪਾਂ ਕਲਾਸ ਦੇ ਵਿੱਚ ਕਰਾਂਗੇ ਉਚਾਰਨ ਢੰਗ, ਠੀਕ ਹੈ ਜੀ। ਵਿਅੰਜਨ ਦਾ ਜੋ ਸੈਕਿੰਡ ਪਾਰਟ ਸੀ, ਇੱਕ ਹੈ ਉਚਾਰਨ ਅਸਥਾਨ, ਇੱਕ ਹੈ ਉਚਾਰਨ ਦਾ ਢੰਗ। ਤਾਂ ਸਟੂਡੈਂਟਸ, ਆਪਾਂ ਇਸ ਨੂੰ ਕੰਟੀਨਿਊ ਕਰਾਂਗੇ। ਇਸ ਵਿੱਚ 2 ਤਰ੍ਹਾਂ ਦੇ ਵਿਅੰਜਨ ਹਨ, ਢੱਕਵੇਂ ਵਿਅੰਜਨ ਅਤੇ ਅੜੱਕਵੇਂ ਵਿਅੰਜਨ। ਸਟੂਡੈਂਟਸ, ਇਸ ਵਿੱਚ 2 ਤਰ੍ਹਾਂ ਦੇ ਵਿਅੰਜਨ ਹਨ, ਢੱਕਵੇਂ ਵਿਅੰਜਨ ਅਤੇ ਅੜੱਕਵੇਂ ਵਿਅੰਜਨ। ਢੱਕਵੇਂ ਵਿਅੰਜਨ ਹੁਣ ਪਹਿਲਾਂ ਆਪਾਂ ਪੜ੍ਹਾਂਗੇ ਢੱਕਵੇਂ ਵਿਅੰਜਨ ਬਾਰੇ। ਢੱਕਵੇਂ ਵਿਅੰਜਨ ਦੇ ਉਚਾਰਨ ਸਮੇਂ ਮੂੰਹ ਵਿੱਚੋਂ ਨਿਕਲਣ ਵਾਲੀ ਆਵਾਜ਼ ਵਿੱਚ ਪੂਰੀ ਤਰ੍ਹਾਂ ਰੁਕਾਵਟ ਪੈਂਦੀ ਹੈ, ਠੀਕ ਹੈ ਜੀ, ਪੈਦਾ ਹੁੰਦੀ ਹੈ। ਕੱਕਾ ਵਰਗ ਤੋਂ ਪੱਪਾ ਵਰਗ ਤੱਕ ਪਹਿਲੇ 3 ਅੱਖਰ ਹਨ। ਕੁੱਲ 15 ਅੱਖਰ ਹਨ ਜੋ ਢੱਕਵੇਂ ਵਿਅੰਜਨ ਹਨ। 15 ਢੱਕਵੇਂ ਵਿਅੰਜਨਾਂ ਨੂੰ 4 ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਹੈ: ਸੰਗੋਸ਼, ਆਗੋਸ਼, ਅਲਪ ਪ੍ਰਾਣ, ਮਹਾਪ੍ਰਾਣ, ਠੀਕ ਹੈ ਜੀ। ਸੰਗੋਸ਼ ਆਪਾਂ ਪਹਿਲਾਂ ਹੁਣ ਇਹਦੇ ਬਾਰੇ ਕਰਾਂਗੇ। ਸੰਗੋਸ਼ ਬਾਰੇ, ਇਹਨੂੰ ਨਾਦੀ ਧੁਨੀਆਂ ਵੀ ਕਿਹਾ ਜਾਂਦਾ ਹੈ। ਤੀਸਰਾ ਅੱਖਰ ਇਹ ਹੈਗਾ ਕੱਕਾ ਵਰਗ ਤੋਂ ਲੈ ਕੇ ਪੱਪਾ ਵਰਗ ਤੱਕ। ਇਹਨਾਂ ਦੇ ਉਚਾਰਨ ਸਮੇਂ ਸੁਰ ਤੰਤਰੀਆਂ ਇੱਕ ਦੂਜੇ ਦੇ ਇੰਨੇ ਨੇੜੇ ਆ ਜਾਂਦੀਆਂ ਹਨ ਕਿ ਉਹਨਾਂ ਵਿੱਚੋਂ ਲੰਘਦੀ ਹੋਈ ਹਵਾ ਉਹਨਾਂ ਵਿੱਚ ਕੰਬਣੀ ਪੈਦਾ ਕਰਦੀ ਹੈ ਅਤੇ ਇਸ ਨੂੰ ਨਾਦੀ ਵਿਅੰਜਨ ਵੀ ਕਿਹਾ ਜਾਂਦਾ ਹੈ, ਜਿਵੇਂ ਕਿ ਗੱਗਾ, ਜੱਜਾ, ਡੱਡਾ, ਦੱਦਾ ਅਤੇ ਬੱਬਾ। ਇਹ ਸਟੂਡੈਂਟਸ ਕੱਕਾ ਵਰਗ ਤੋਂ ਪੱਪਾ ਵਰਗ ਦਾ ਤੀਸਰਾ ਅੱਖਰ ਹੈ, ਸੰਗੋਸ਼ ਧੁਨੀਆਂ। ਆਗੋਸ਼ ਮਤਲਬ ਨਾਦ ਰਹਿਤ ਧੁਨੀਆਂ। ਆਗੋਸ਼ ਵਿਅੰਜਨ ਦੇ ਉਚਾਰਨ ਸਮੇਂ ਹਵਾ ਸੁਰ ਤੰਤਰੀਆਂ ਵਿੱਚੋਂ ਬਿਨਾਂ ਰੁਕਾਵਟ ਲੰਘਦੀ ਹੈ, ਉਹਨਾਂ ਵਿੱਚ ਕੰਬਣੀ ਪੈਦਾ ਨਹੀਂ ਹੁੰਦੀ। ਕੱਕਾ ਵਰਗ ਤੋਂ ਲੈ ਕੇ ਪੱਪਾ ਵਰਗ ਦੇ ਪਹਿਲੇ 2 ਅੱਖਰ, ਜਿਵੇਂ ਕਿ ਕੱਕਾ ਖੱਖਾ, ਚੱਚਾ ਛੱਛਾ, ਟੈਂਕਾ ਠੱਠਾ, ਪੱਪਾ ਫੱਫਾ, ਤੱਤਾ ਥੱਥਾ, ਇਹ ਪਹਿਲੇ 2 ਅੱਖਰ ਹਨ। ਇਹ ਆਉਂਦੇ ਹਨ ਆਗੋਸ਼ ਧੁਨੀਆਂ ਵਿੱਚ। ਨੈਕਸਟ ਹੈ ਸਟੂਡੈਂਟਸ ਜੀ ਅਲਪ ਪ੍ਰਾਣ। ਅਲਪ ਦਾ ਮਤਲਬ ਹੁੰਦਾ ਹੈ ਘੱਟ। ਅਲਪ ਪ੍ਰਾਣ ਵਿੱਚ ਕੱਕਾ ਵਰਗ ਤੋਂ ਪੱਪਾ ਵਰਗ ਤੱਕ ਪਹਿਲੀ ਅਤੇ ਤੀਜੀ ਧੁਨੀ, ਮਤਲਬ ਪਹਿਲਾ ਅਤੇ ਤੀਜਾ ਅੱਖਰ, ਇਹਨਾਂ ਦੇ ਉਚਾਰਨ ਸਮੇਂ ਮੂੰਹ ਵਿੱਚੋਂ ਨਿਕਲਣ ਵਾਲੀ ਪੌਣਾ ਤਾਰ ਹਵਾ ਘੱਟ ਮਾਤਰਾ ਵਿੱਚ, ਮਤਲਬ ਅਲਪ ਮਾਤਰਾ ਵਿੱਚ ਬਾਹਰ ਨਿਕਲਦੀ ਹੈ, ਜਿਵੇਂ ਕੱਕਾ, ਗੱਗਾ, ਚੱਚਾ, ਜੱਜਾ, ਟੈਂਕਾ, ਡੱਡਾ, ਤੱਤਾ, ਦੱਦਾ, ਪੱਪਾ, ਬੱਬਾ, ਇਹ 10 ਹਨ। ਮਹਾਪ੍ਰਾਣ ਵਿੱਚ ਕੱਕਾ ਵਰਗ ਤੋਂ ਪੱਪਾ ਵਰਗ ਦਾ ਦੂਜਾ ਅੱਖਰ, ਠੀਕ ਹੈ ਜੀ। ਇਹਨਾਂ ਵਿਅੰਜਨ ਦੇ ਉਚਾਰਨ ਸਮੇਂ ਮੂੰਹ ਵਿੱਚੋਂ ਨਿਕਲਣ ਵਾਲੀ ਹਵਾ ਫਰਾਟੇ ਵਾਂਗ ਬਾਹਰ ਨਿਕਲਦੀ ਹੈ, ਜਿਵੇਂ ਤੁਸੀਂ ਬੋਲ ਕੇ ਵੀ ਦੇਖ ਸਕਦੇ ਹੋ, ਖੱਖਾ, ਛੱਛਾ, ਡੱਡਾ, ਥੱਥਾ, ਫੱਫਾ। ਨੈਕਸਟ ਇਜ਼ ਅੜੱਕਵੇਂ ਵਿਅੰਜਨ। ਅੜੱਕਵੇਂ ਵਿਅੰਜਨ ਦੇ ਉਚਾਰਨ ਸਮੇਂ ਫੇਫੜਿਆਂ ਵਿੱਚੋਂ ਨਿਕਲਣ ਵਾਲੀ ਹਵਾ ਨੂੰ ਉਚਾਰਨ ਅਸਥਾਨ ਉੱਤੇ ਪੂਰੀ ਤਰ੍ਹਾਂ ਰੋਕ ਨਹੀਂ ਪੈਂਦੀ। ਨਾਸਕੀ ਅਨੁਨਾਸਕੀ ਵਿਅੰਜਨ, ঞ, ಞ, ਨੰਨਾ, ਨਾਣਾ, ਮੱਮਾ, ਇਹਨਾਂ ਦੇ ਉਚਾਰਨ ਸਮੇਂ ਫੇਫੜਿਆਂ ਵਿੱਚੋਂ ਨਿਕਲਣ ਵਾਲੀ ਹਵਾ ਨੱਕ ਦੇ ਰਾਸਤੇ ਬਾਹਰ ਨਿਕਲਦੀ ਹੈ। ਨੈਕਸਟ ਇਜ਼ ਕਾਮਵੇ ਵਿਅੰਜਨ। ਇਸ ਨੂੰ ਟ੍ਰਿਲ ਧੁਨੀ ਵੀ ਕਿਹਾ ਜਾਂਦਾ ਹੈ, ਰਾਰਾ ਹੈ। ਅੜੱਕਵੇਂ ਵਿਅੰਜਨ ਦੇ ਬਾਰੇ ਆਪਾਂ ਡਿਟੇਲ ਵਿੱਚ ਹੋਰ ਪੜ੍ਹਾਂਗੇ। ਇਸ ਵਿੱਚ 5 ਨਾਸਕੀ ਵਿਅੰਜਨ, ਬਾਕੀ ਸਾਰੇ ਮੌਖਿਕ ਵਿਅੰਜਨ ਹਨ। 5 ਨਾਸਕੀ ਵਿਅੰਜਨ ਹਨ, ਬਾਕੀ ਸਾਰੇ ਮੌਖਿਕ ਵਿਅੰਜਨ ਹਨ। ਪਾਸੇਦਾਰ ਵਿਅੰਜਨ। ਪੰਜਾਬੀ ਵਿੱਚ ਲੱਲੇ ਤੋਂ ਲੱਲੇ ਪੈਰ ਬਿੰਦੀ
ਦੋ ਲੱਲਾ ਤੇ ਲੱਲੇ ਪੈਰ ਬਿੰਦੀ ਦੋ ਪਾਸੇਦਾਰ ਵਿਅੰਜਨ ਹਨ। ਸਾਹ ਦੀ ਹਵਾ ਜੀਭ ਦੇ ਦੋਵੇਂ ਪਾਸਿਆਂ ਤੋਂ ਬਾਹਰ ਨਿਕਲਦੀ ਹੈ। ਲੱਲਾ, ਲੱਲੇ ਪੈਰ, ਬਿੰਦੀ। ਕਾਮਵੇਂ ਵਿਅੰਜਨ, ਟ੍ਰਿਲ ਧੁਨੀ। ਜਦੋਂ ਰਾਰਾ ਦਾ ਉਚਾਰਨ ਕਰਦੇ ਹਾਂ ਤਾਂ ਜੀਭ ਵਿੱਚੋਂ ਕਾਂਬਾ ਪੈਂਦਾ ਹੈ, ਮਤਲਬ ਜੀਭ ਆਪਣੀ ਕੰਬਦੀ ਹੈ। ਫਟਕਵਾਂ ਵਿਅੰਜਨ, ਰਾੜਾ। ਫਟਕਵਾਂ ਵਿਅੰਜਨ ਹੈ ਕਿਉਂਕਿ ਇਸ ਦੇ ਉਚਾਰਨ ਸਮੇਂ ਜੀਭ ਤਾਲੂ ਨੂੰ ਛੋਹ ਕੇ ਝਟਕੇ ਨਾਲ ਥੱਲੇ ਡਿੱਗਦੀ ਹੈ। ਖਹਿਮੇ ਵਿਅੰਜਨ, ਪੰਜਾਬੀ ਵਿੱਚ ਸੱਸਾ, ਸੱਸੇ ਪੈਰ ਬਿੰਦੀ ਅਤੇ ਹਾਹਾ ਤਿੰਨ ਖਹਿਮੇ ਵਿਅੰਜਨ ਹਨ। ਇਹਨਾਂ ਦੇ ਉਚਾਰਨ ਸਮੇਂ ਮੂੰਹ ਵਿੱਚੋਂ ਨਿਕਲਣ ਵਾਲੀ ਹਵਾ ਉਚਾਰਨ ਅੰਗਾਂ ਨਾਲ ਰਗੜ ਖਾਂਦੀ ਹੈ। ਠੀਕ ਹੈ ਜੀ। ਨੈਕਸਟ ਹੈਗਾ ਜੀ ਸਰਕਵੇਂ ਵਿਅੰਜਨ ਜਾਂ ਅਰਧ ਸਵਰ। ਪੰਜਾਬੀ ਦੇ ਅਰਧ ਸਵਰ ਹਨ ਯਈਆ, ਵਾਵਾ। ਦੋਵੇਂ ਸਰਕਵੇਂ ਵਿਅੰਜਨ ਹਨ। ਅਰਧ ਸਵਰ, ਯਈਆ, ਵਾਵਾ ਦੋ ਅਰਧ ਸਵਰ ਹਨ। ਪੰਜਾਬੀ ਵਿੱਚ ਇਹ ਕਦੇ ਤਾਂ ਪੂਰੇ ਵਿਅੰਜਨ ਹੁੰਦੇ ਹਨ ਅਤੇ ਕਦੇ ਪੂਰੇ ਸਵਰ ਹਨ, ਇਸ ਲਈ ਇਹਨਾਂ ਨੂੰ ਅਰਧ ਸਵਰ ਜਾਂ ਸਰਕਵੇਂ ਵਿਅੰਜਨ ਕਿਹਾ ਜਾਂਦਾ ਹੈ। ਸਟੂਡੈਂਟਸ, ਜੇ ਵੀਡੀਓ ਵਧੀਆ ਲੱਗੇ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕਸ।